ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਚਰਚਾ ਕਰਾਂਗੇ ਪ੍ਰਾਈਮ ਡਿਸਕਸ਼ਨ 'ਚ ਪੰਨੂ ਸਾਹਿਬ ਨਾਲ। ਇੱਕ ਤਾਂ ਗੁਰੂ ਸਾਹਿਬ ਦੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਬੀੜਾਂ ਗੁੰਮ ਹੋਣ ਦਾ ਜਾਂ ਸੜ ਜਾਣ ਦਾ ਜਾਂ ਉਹਨਾਂ ਦੇ ਕਹਿ ਲਓ ਕਿ ਵੀ ਪਾਣੀ ਪੈ ਕੇ ਖਰਾਬ ਹੋ ਜਾਣ ਦਾ ਮਸਲਾ ਸੀਗਾ, ਉਹ ਨਿੱਤ ਨਵਾਂ ਰੂਪ ਲੈ ਕੇ ਸਾਹਮਣੇ ਆ ਰਿਹਾ। ਹੁਣ ਇੱਕ ਡਿਫਰੈਂਟ ਤਰ੍ਹਾਂ ਦੀ ਕਹਾਣੀ ਸਾਹਮਣੇ ਆ ਰਹੀ ਹੈ, ਉਹਦੇ 'ਤੇ ਵੀ ਆਪਾਂ ਗੱਲ ਕਰਾਂਗੇ। ਫਿਰ ਦਰਬਾਰ ਸਾਹਿਬ ਵਿਖੇ ਜਿਹੜੇ ਕੀਰਤਨ ਕਰਦੇ ਨੇ ਰਾਗੀ ਸਿੰਘ, ਉਹਨਾਂ ਦਾ ਇੱਕ ਮਸਲਾ ਹੈ ਜਿਹੜਾ ਕਿ ਹੁਣ ਹੌਲੀ ਹੌਲੀ ਤੂਲ ਫੜਦਾ ਫੜਦਾ ਪਟਨਾ ਸਾਹਿਬ ਤੱਕ ਵੀ ਪਹੁੰਚਿਆ। ਉਹ ਕੀ ਕਹਾਣੀ ਆ ਆਪਾਂ ਉਹ ਵੀ ਸਮਝਾਂਗੇ। ਫੇਸਬੁੱਕ ਦੀ ਗੱਲ ਵੀ ਚੱਲੀ ਹੈ, ਕਿਉਂਕਿ ਫੇਸਬੁੱਕ 'ਤੇ ਇਹ ਦੋਸ਼ ਲੱਗ ਰਿਹਾ ਕਿ ਵੀ ਵੈਸੇ ਤਾਂ ਉਹ ਅਮਰੀਕਾ ਦੇ ਰਾਸ਼ਟਰਪਤੀ ਨੂੰ ਨਹੀਂ ਬਖਸ਼ਦੇ, ਪਰ ਭਾਰਤ ਦੇ ਵਿੱਚ ਉਹ ਰਾਜ ਕਰਦੀ ਪਾਰਟੀ ਵਾਲੇ ਪਾਸੇ ਉਲਾਰ ਕਿਉਂ ਨਹੀਂ, ਉਹਦੇ 'ਤੇ ਵੀ ਇੱਕ ਪੇਸ਼ੀ ਹੈ, ਉਹ ਵੀ ਜ਼ਿਕਰ ਕਰਾਂਗੇ। ਕੁਝ ਖਬਰਾਂ ਹੋਰ ਨੇ ਆਪਾਂ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ ਪੰਨੂ ਸਾਹਿਬ, ਬਾਕੀ ਗੱਲਾਂ ਵਾਲੇ ਪਾਸੇ ਜਾਣ ਤੋਂ ਪਹਿਲਾਂ ਮੈਂ ਚਾਹੁੰਦਾ ਆਪਾਂ ਕੇਜਰੀਵਾਲ ਸਾਹਿਬ ਦੀ ਉਹ ਜਿਹੜੀ ਮੁਹਿੰਮ ਹੈ ਆਕਸੀਮੀਟਰ ਵਾਲੀ, ਉਹਦੇ ਬਾਰੇ ਗੱਲ ਕਰ ਲਈਏ ਕਿ ਰਾਜ ਕਰਦੀ ਪਾਰਟੀ ਦਿੱਲੀ ਦੀ ਹੋਵੇ ਅਤੇ ਪੰਜਾਬ ਦੇ ਵਿੱਚ ਉਹਨਾਂ ਨੇ ਇਹ ਸੋਚਿਆ ਵੀ ਹੁਣ ਆਪਾਂ ਹਰੇਕ ਪਿੰਡ ਹਰੇਕ ਸ਼ਹਿਰ, ਯਾਨੀ ਕਿ ਉਹਨਾਂ ਵੱਲੋਂ ਤਾਂ ਇਹ ਹੈ ਕਿ ਬੂਥ ਪੱਧਰ 'ਤੇ ਆਪਾਂ ਆਕਸੀਮੀਟਰ ਦੇਣੇ ਆ, ਤਾਂ ਜੋ ਜਿਹੜੇ ਵੀ ਬੰਦੇ ਨੂੰ ਕੋਈ ਆਕਸੀਜਨ ਘੱਟ ਦੀ ਪ੍ਰੋਬਲਮ ਆਵੇ ਜਾਂ ਕਰੋਨਾ ਕਰਕੇ ਕੋਈ ਮੁਸ਼ਕਲ ਆਵੇ ਤੇ ਸਾਡਾ ਵਲੰਟੀਅਰ ਜਾ ਕੇ ਪਹਿਲਾਂ ਉਹਨਾਂ ਦੀ ਹੈਲਪ ਕਰ ਸਕੇ। ਇਸ ਮੁਹਿੰਮ ਨੂੰ ਕਿਵੇਂ ਦੇਖਦੇ ਹੋ? ਦੇਖੋ, ਆਕਸੀਮੀਟਰ ਚੰਗੀ ਚੀਜ਼ ਹੈ ਅਗੇਤੇ ਪ੍ਰਬੰਧ ਦੇ ਤੌਰ 'ਤੇ, ਜਿਹਦੇ ਵਿੱਚ ਆਕਸੀਜਨ ਘਟਦੀ ਹੋਵੇ, ਛੇਤੀ ਦੱਸ ਸਕਦਾ ਕਿ ਤੇਰਾ ਆਕਸੀਜਨ ਲੈਵਲ ਆਇਆ, ਤੈਨੂੰ ਕੋਈ ਖਤਰਾ ਹੈ ਕਿ ਨਹੀਂ ਹੈ। ਜੀ, ਜੇ ਕੋਈ ਸਮਾਜ ਸੇਵੀ ਸੰਸਥਾ ਦੇਵੇ ਤਾਂ ਵੀ ਚੰਗੀ ਗੱਲ ਹੈ, ਜੇ ਕੋਈ ਸਿਆਸੀ ਪਾਰਟੀ ਦਿੰਦੀ ਹੈ ਤਾਂ ਵੀ ਚੰਗੀ ਗੱਲ ਹੈ। ਉਂਝ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਦਿੱਲੀ 'ਚ ਰਾਜ ਕਰਦੀ ਹੈ ਜੀ, ਉਹਨਾਂ ਨੇ ਆ ਕੇ ਪੰਜਾਬ 'ਚ ਮੁਹਿੰਮ ਸ਼ੁਰੂ ਕੀਤੀ ਹੈ। ਜਿਨ੍ਹਾਂ ਕੋਲ ਇੰਨਾ ਪੈਸਾ, ਉਹ ਪਾਰਟੀਆਂ ਨੇ ਇੱਥੇ ਵਿਰੋਧੀ ਪਾਰਟੀਆਂ ਰਾਜ ਇੱਥੇ ਬੜਾ ਲੰਮਾ ਸਮਾਂ ਕਰ ਚੁੱਕੀਆਂ ਜੀ, ਉਹਨਾਂ ਨੂੰ ਇਹ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਸੀ। ਉਹਨਾਂ ਨੇ ਕਿਉਂ ਨਾ ਕੀਤੀ? ਜੀ, ਇੱਕ ਤਰੀਕਾ ਹੁੰਦਾ ਵੀ ਕੁਝ ਲੋਕਾਂ ਦਾ ਹੱਥ ਐਂ ਹੀ ਹੁੰਦਾ, ਉਹ ਐਂ ਕਰਨਾ ਜਾਣਦੇ ਹੀ ਨਹੀਂ, ਜੀ, ਮਤਲਬ ਸਿਰਫ ਇਕੱਠੇ ਹੀ ਕਰਨੇ ਸਿੱਖੇ ਹੁੰਦੇ ਆ, ਕਰਨਾ ਨਹੀਂ ਜਾਣਦੇ। ਜੇ ਇਹੋ ਕੰਮ ਉਹਨਾਂ ਕੀਤਾ ਹੁੰਦਾ ਤਾਂ ਉਹ ਪਹਿਲ ਕਰ ਸਕਦੇ ਸੀ, ਹੁਣ ਪਹਿਲ ਇਹ ਕਰ ਗਏ ਨੇ। ਨਹੀਂ, ਪਰ ਉਹ ਤਾਂ ਪੱਕੇ ਪੋਲੀਟੀਸ਼ੀਅਨ ਨੇ, ਉਹਨਾਂ ਨੂੰ ਪਤਾ ਵੀ ਜਦੋਂ ਐਂ ਕਰਨਾ ਉਹ ਕਰਾਂਗੇ ਵੋਟਾਂ ਲੈਣ ਤੋਂ ਠੀਕ 2 ਰਾਤਾਂ ਪਹਿਲਾਂ, ਉਹ 2 ਰਾਤਾਂ ਪਹਿਲਾਂ ਕਰਨਗੇ। ਚਲੋ ਜੋ ਵੀ ਹੈ, ਇਸ ਆਮ ਆਦਮੀ ਪਾਰਟੀ ਨੇ ਆਖਿਆ ਕਿ ਹਰ ਪਿੰਡ, ਹਰ ਸ਼ਹਿਰ ਦੇ ਹਰ ਵਾਰਡ, ਮੁਹੱਲੇ, ਗਲੀ ਤੱਕ ਜਾਵਾਂਗੇ ਤੇ ਅਸੀਂ ਬੂਥ ਬਾਰੇ ਵੰਡਾਂਗੇ। ਇਹ ਪੰਜਾਬ ਸਰਕਾਰ ਦੇ ਵਾਸਤੇ ਵੀ ਚੁਣੌਤੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਆਪਣੀ ਪਾਰਟੀ ਨੂੰ ਵੰਡਣ ਵਾਸਤੇ ਭੇਜਤਾ। ਇਹੋ ਕੰਮ ਜੇ ਤੁਹਾਡੇ ਸਿਹਤ ਵਿਭਾਗ ਨੇ ਕੀਤਾ ਹੁੰਦਾ, ਉਹ ਸਰਕਾਰੀ ਤੌਰ 'ਤੇ ਕਰ ਦਿੱਤਾ ਜਾਂਦਾ ਜੀ, ਤੇ ਇੰਨਾ ਕੁ ਖਰਚਾ ਤੇ ਪੰਜਾਬ ਦਾ ਸਿਹਤ ਵਿਭਾਗ ਵੀ ਕਰ ਸਕਦਾ ਸੀ। ਉਹ ਪਾਸੇ ਤੋਂ ਆ ਕੇ ਇਹੋ ਜਿਹੀ ਨਾ ਮਾਰਦੇ ਜੀ। ਉੱਦਾਂ ਕੁਛ ਲੋਕ ਕਹਿਣਗੇ ਕਿ 2022 ਦੀਆਂ ਚੋਣਾਂ ਵਾਸਤੇ ਕੀਤਾ, ਚੋਣਾਂ ਵਾਸਤੇ ਕੀਤਾ ਸੀ, ਕਿਸੇ ਨੇ ਕੁਝ ਕੀਤਾ ਤੇ ਹੈ ਜੀ। ਅੱਜ ਜਿਨ੍ਹਾਂ ਦੀਆਂ ਬੱਸਾਂ ਸਾਰੇ ਪੰਜਾਬ ਦੇ ਵਿੱਚ ਜਹਾਜ਼ਾਂ ਨੂੰ ਉੜਦੀਆਂ ਨੇ, ਉਹ ਇਹਦੇ ਨਾਲੋਂ ਅੱਧੇ ਪੈਸਿਆਂ ਦੇ ਵਿੱਚ ਵੀ ਕਰ ਸਕਦੇ ਸੀ। ਉਹਨਾਂ ਕੋਲ ਤਰੀਕੇ ਹੈਗੇ ਨੇ ਜੀ, ਪਰ ਕੀਤਾ ਕਿਉਂ ਨਾ ਗਿਆ? ਜਿਹੜੀ ਪਾਰਟੀ ਸਾਰੇ ਦੇਸ਼ 'ਤੇ ਰਾਜ ਕਰਦੀ, ਉਹਨਾਂ ਨੂੰ ਇਹ ਚੇਤਾ ਕਿਉਂ ਨਾ ਆਇਆ? ਜੇ ਕੋਈ ਪਾਸੇ ਤੋਂ ਆ ਕੇ ਕਰ ਗਿਆ, ਪੰਜਾਬ ਦੇ ਲੋਕਾਂ ਨੂੰ ਇਹੋ ਜਿਹੇ ਮਾਮਲੇ 'ਚ ਇਹ ਨਹੀਂ ਹੁੰਦਾ ਕਿ ਏ ਨੇ ਕੀਤਾ, ਬੀ ਨੇ, ਕਿ ਸੀ ਨੇ ਕੀਤਾ। ਜੀ, ਉਹ ਵੇਖਦੇ ਆ ਕਿ ਕਿਸੇ ਨੇ ਕੀਤਾ ਤਾਂ ਸਹੀ, ਜਿਹਨੇ ਕੀਤਾ ਉਹਦੇ ਸ਼ੁਕਰਗੁਜ਼ਾਰ ਵੀ ਹੁੰਦੇ ਆ ਤੇ ਕੁਝ ਨਾ ਕੁਝ ਤੇ ਗੱਲ ਯਾਦ ਵੀ ਰਹਿੰਦੀ ਆ। ਉਹ ਹੋ ਸਕਦਾ 2022 ਤੱਕ ਵੀ ਯਾਦ ਰਹਿ ਜੇ। ਜੀ। ਇਹ ਸਾਰੀਆਂ ਪਾਰਟੀਆਂ ਨੂੰ ਜਿਸ ਤਰ੍ਹਾਂ ਵੀ ਹੋਵੇ ਇਸ ਮੌਕੇ 'ਤੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਰਹਿ ਗਈ ਗੱਲ ਰਾਜ ਕਰਦੀ ਪਾਰਟੀ ਦੀ, ਉਹ ਕਹਿ ਸਕਦੇ ਆ ਕਿ ਅਸੀਂ ਤੇ ਸਰਕਾਰੀ ਪੱਧਰ ਦੇ ਉੱਤੇ ਸਿਵਲ ਹਸਪਤਾਲਾਂ 'ਚ ਆਹ ਕਰਤਾ, ਉਹ ਕਰਤਾ, ਉਹ ਕਰਤਾ। ਜੀ, ਜੇ ਇੰਨਾ ਕੁਛ ਕੀਤਾ ਤੇ ਇਹਨਾਂ ਦੇ ਲੀਡਰਾਂ ਕੋਲ ਕਿਹੜਾ ਪੈਸਾ ਘੱਟ ਨੇ? ਕੋਈ ਪੈਸਾ ਘੱਟ ਨਹੀਂ ਗਾ। ਜੀ, ਉਹ ਕਈ ਤੇ ਇਹੋ ਜਿਹੇ ਆ ਕਿ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਸਾਡੇ ਕੋਲ ਕਿੰਨਾ ਪੈਸਾ। ਉਹ ਜੇ ਆਪੋ ਆਪਣੇ ਹਲਕੇ 'ਚ ਇੱਕ ਜ਼ਿੰਮੇਵਾਰੀ ਸੰਭਾਲ ਲੈਣ, ਜੀ, ਬਹੁਤ ਜ਼ਿਆਦਾ ਖਰਚ ਨਹੀਂ ਹੋਣਾ ਤੇ ਫਿਰ ਅਗਲੇ ਪਾਸੇ ਅੱਧੇ ਪਿੰਡ ਉਹ ਮੱਲ ਲੈਣ, ਕੌਣ ਰੋਕਦਾ? ਨੇਕੀ ਕਰਨ ਵਾਸਤੇ ਤੇ ਜੇ ਕਿਤੇ ਕੋਈ ਧਾਰਮਿਕ ਸਮਾਗਮ ਹੋਵੇ ਤੇ ਲੰਗਰ ਲਾਉਣ ਹਰ ਕੋਈ ਤੁਰ ਪੈਂਦਾ ਰਾਹਾਂ 'ਚ। ਜੀ, ਔਰ ਲੰਗਰ ਬਹੁਤਾ ਸੰਗਤ ਖਾਂਦੀ ਨਹੀਂ, ਖਾਣ ਨਾਲੋਂ ਵੱਧ ਖਰਾਬ ਕਰਦੀ ਹੈ। ਜੀ, ਰਾਹ ਦੇ ਵਿੱਚ ਲੱਕੜਾਂ ਸੁੱਟ ਕੇ ਗੱਡੀਆਂ ਰੋਕੀਆਂ ਜਾਂਦੀਆਂ, ਘੇਰ ਕਰਕੇ ਨੇ ਜੀ ਲੰਗਰ ਛਕੇ ਬਗੈਰ ਜਾਣ ਹੀ ਨਹੀਂ ਦੇਣਾ। ਲੋਕੀ ਲੈ ਲੈਂਦੇ ਆ, 50 ਗਜ ਅੱਗੇ ਜਾ ਕੇ ਸੜਕ 'ਤੇ ਸੁੱਟ ਦਿੰਦੇ ਆ। ਜਿੱਥੇ ਲੰਗਰ ਲੱਗਾ ਹੋਵੇ 2 ਕਿਲੋਮੀਟਰ ਉੱਧਰ ਤੇ 2 ਕਿਲੋਮੀਟਰ ਉੱਧਰ ਪਤਾ ਲੱਗ ਜਾਂਦਾ ਕਿ ਅੱਗੇ ਲੰਗਰ ਆ। ਉਹਦਾ ਕਾਰਨ ਕੀ ਹੈ ਕਿ ਲੋਕੀ ਸੁੱਟਦੇ ਜਾਂਦੇ 2 ਕਿਲੋਮੀਟਰ ਇਹਨਾਂ ਹੀ ਲੰਘ ਜਾਂਦੇ ਆ।
ਅਗਲੇ ਪਾਸੇ ਫਿਰ ਮੁੜ ਕੇ ਕੋਈ ਹੋਰ ਲੰਗਰ ਆ ਉਹਦਾ ਏਰੀਆ ਆਪਰੇਸ਼ਨ ਸ਼ੁਰੂ ਹੋ ਜਾਂਦਾ, ਫਿਰ ਉੱਥੇ ਸੁੱਟਿਆ ਮਿਲਣ ਲੱਗ ਪੈਂਦਾ ਜੀ। ਤੇ ਜੇ ਉਹਦੇ ਉੱਤੇ ਇੰਨਾ ਪੈਸਾ ਖਰਾਬ ਕੀਤਾ ਜਾਂਦਾ, ਲੰਗਰ ਛਕਾਇਆ ਨਹੀਂ ਜਾਂਦਾ, ਲੰਗਰ ਦੇ ਨਾਂ ਦੇ ਉੱਤੇ ਜਿਹਨੂੰ ਇਹ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ ਕਹਿੰਦੇ ਆ, ਉਹ ਸਭ ਖਰਾਬ ਕਰਕੇ ਸੜਕਾਂ ਤੇ ਖਿਲਾਰਿਆ ਜਾਂਦਾ, ਬੇਇੱਜ਼ਤੀ ਕੀਤੀ ਜਾਂਦੀ ਉਹਦੀ ਜੀ। ਤੇ ਜਿਹੜਾ ਇਹੋ ਜਿਹਾ ਨੇਕ ਕੰਮ ਇਹਦੇ ਵਾਸਤੇ ਕਿਉਂ ਨਹੀਂ ਕਰ ਸਕਦੇ? ਸਾਰੀਆਂ ਪਾਰਟੀਆਂ ਨੂੰ ਕਰਨਾ ਚਾਹੀਦਾ ਜੀ। ਜਿਹੜਾ ਵੀ ਕਰ ਸਕਦਾ ਕਰੇ, ਜਿਹਨੇ ਕੀਤਾ ਲੋਕੀ ਵੈਲਕਮ ਕਰਨਗੇ, ਬਾਕੀਆਂ ਤੋਂ ਆਸ ਕਰਨਗੇ ਕਿ ਆਓ ਹੁਣ ਤੁਸੀਂ ਵੀ ਕੁਝ ਕਰੋ। ਚਲੋ ਇਹ ਤਾਂ ਹੁਣ ਕੋਈ ਦਸਵੰਧ ਕੱਢਣਾ ਚਾਹੀਦਾ, ਥੋੜੇ ਦਿਨਾਂ ਤੱਕ ਆਪਾਂ ਦੇਖਦੇ ਆ ਇਹਨਾਂ ਦੀ ਨੇਕ ਕੰਮ ਲਈ ਦਸਵੰਧ ਕੱਢਣਾ ਚਾਹੀਦਾ। ਜਿਨ੍ਹਾਂ ਦੇ ਕੋਲ ਇੰਨਾ ਪੈਸਾ ਕਿ ਗਿਣਨ ਵਾਸਤੇ ਮੁਨਸ਼ੀ ਨਹੀਂ ਲੱਭਦੇ ਜੀ, ਉਹਨਾਂ ਉੱਤੇ ਜ਼ਰੂਰ ਕੱਢਣਾ ਚਾਹੀਦਾ। ਨਹੀਂ ਉਹ ਤਾਂ ਚਲੋ ਇਹ ਤੁਹਾਡੀ ਗੱਲ ਤੋਂ ਬਾਅਦ ਸ਼ਾਇਦ ਉਹ ਸੋਚ ਲੈਣ, ਪਰ ਮੈਨੂੰ ਤਾਂ ਇਹੀ ਹੁਣ ਤੱਕ ਸਮਝ ਆਇਆ ਵੀ ਉਹ ਵੋਟਾਂ ਤੋਂ 2 ਰਾਤ ਪਹਿਲਾਂ ਹੀ ਨਹੀਂ ਸੋਚਣਗੇ, ਕਿਉਂਕਿ ਜਿਹੜੀ ਪਹਿਲੀ ਗੱਲ ਮੈਂ ਆਖੀ ਨਾ ਵੀ ਐਂ ਜਿਹਨਾਂ ਰੱਖਣਾ ਸਿੱਖਿਆ ਉਹ ਐਂ ਨਹੀਂ ਕਰਨਗੇ, ਚਵਾਨੀ ਨਹੀਂ ਕੱਢਣਗੇ। ਚਲੋ ਕੋਈ ਨਹੀਂ, ਜੇ ਕੱਢਣਗੇ ਵੀ ਨਾ ਜੀ ਤੇ ਫਿਰ ਪਤਾ ਨਹੀਂ ਉੱਥੇ 2 ਸਾਧਾਂ ਨੂੰ ਕਹਿ ਦੇਣ ਕਿ ਤੁਸੀਂ ਕਾਰ ਸੇਵਾ ਵੱਲੋਂ ਆਹ ਕਰਾ ਦਿਓ, ਤੇ 2 ਕੰਪਨੀਆਂ ਨੂੰ ਕਹਿ ਦੇਣ ਤੁਸੀਂ ਸਪਾਂਸਰ ਕਰ ਦਿਓ, ਪੱਲਿਓ ਨਹੀਂ ਕੱਢਣਗੇ। ਅੱਛਾ, ਆਪਾਂ ਇੱਕ ਅਗਲੇ ਮਸਲੇ ਦੀ ਗੱਲ ਕਰੀਏ। ਆਪਾਂ ਮੇਰਾ ਖਿਆਲ ਲਗਭਗ ਹਫ਼ਤਾ ਹੀ ਹੋ ਗਿਆ ਆਪਾਂ ਨੂੰ ਅਲੱਗ-ਅਲੱਗ ਰੋਜ਼ ਜਦੋਂ ਵੀ ਕੋਈ ਨਵੀਂ ਅਪਡੇਟ ਆਉਂਦੀ ਆਪਾਂ ਵਿਚਾਰਦੇ ਹਾਂ। ਹੁਣ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਕਿ ਵੀ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਨੁਕਸਾਨੀਆਂ ਗਈਆਂ ਬੀੜਾਂ ਨੇ ਜਾਂ ਗੁਰੂ ਸਾਹਿਬ ਦੇ ਸਰੂਪ ਨੇ, ਉਹ ਕਿੰਨੀਆਂ ਸੀ? ਕਿਉਂਕਿ ਸਟਾਰਟਿੰਗ 'ਚ ਇਹ ਗੱਲ ਕਹੀ ਗਈ ਜੀ ਉਹ 5 ਸੀ, ਫਿਰ ਸ਼੍ਰੋਮਣੀ ਕਮੇਟੀ ਦੇ ਜ਼ਿੰਮੇਵਾਰ ਅਹੁਦੇਦਾਰ ਨੇ ਰਜਿੰਦਰ ਸਿੰਘ ਮਹਿਤਾ ਹੋਰੀ, ਉਹ 14 ਦਾ ਦਾਅਵਾ ਕਰਦੇ ਰਹੇ। ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਮੀਡੀਆ ਜੋ ਗੱਲ ਸਾਹਮਣੇ ਆਉਂਦੀ ਹੈ ਕਿ ਵੀ ਸ਼੍ਰੋਮਣੀ ਕਮੇਟੀ ਦੇ ਆਪਣੇ ਉੱਥੇ ਜੋ ਇੰਦਰਾਜ ਕੀਤਾ ਗਿਆ ਉਹਦੇ ਵਿੱਚ 80 ਦੇ ਕਰੀਬ ਨੇ ਉਹ। ਇਹ ਸਾਰੇ ਕੁਛ ਨੂੰ ਥੋੜ੍ਹਾ ਜਿਹਾ ਸਮਝਾਓ ਵੀ ਕੋਈ ਮੰਨਦਾ ਕੋਈ ਨਹੀਂ ਮੰਨਦਾ, ਸਾਰਾ ਕੁਝ ਲਿਖ ਕੇ ਦਸਤਖਤ ਕਰਕੇ ਵੀ ਬੰਦਾ ਆਖੀ ਜਾਂਦਾ ਮੈਨੂੰ ਪਤਾ ਨਹੀਂ, ਇਹ ਕੀ ਕਹਾਣੀ ਹੈ? ਇਹ ਮਾਮਲਾ ਇਸ ਤਰ੍ਹਾਂ ਦਾ ਹੋ ਗਿਆ ਕਿ ਜਾਂ ਤਾਂ ਕਿਸੇ ਉਖੜ ਬੈੜੇ ਜਿਹੇ ਸੁਭਾਅ ਵਾਲੇ ਥਾਣੇਦਾਰ ਦੇ ਹਵਾਲੇ ਕਰਤਾ ਜਾਵੇ ਜੀ, ਜਿਹੜਾ ਬੰਦਾ ਇਮਾਨਦਾਰ ਲੱਭ ਲਿਆ ਜਾਵੇ ਜੀ, ਪਰ ਸੁਭਾਅ ਦਾ ਬੈੜਾ ਹੋਵੇ, ਭਲਕੇ ਲੱਭਦੇ। ਇਹ ਜਿੰਨੀਆਂ ਥਾਵਾਂ ਤੇ ਇਹਨਾਂ ਨੇ ਖਲਾਰਾ ਪਾ ਦਿੱਤਾ, ਪਹਿਲਾਂ ਪਤਾ ਲੱਗਾ 267 ਬੀੜਾਂ ਨੇ, ਫਿਰ ਪਤਾ ਲੱਗਾ 61 ਵੱਖਰੀਆਂ ਛਾਪ ਕੇ ਵੰਡੀਆਂ ਗਈਆਂ ਤੇ 125 ਵੱਖਰੀਆਂ ਵੰਡੀਆਂ ਗਈਆਂ, ਉਹ ਗਿਣਤੀ 453 ਬਣ ਗਈ ਜੀ। ਅਕਾਲ ਤਖਤ ਦੇ ਜਥੇਦਾਰ ਨੇ ਪਤਾ ਨਹੀਂ ਕਿਹੜਾ ਪੈਥਾਗੋਰਸ ਦਾ ਮੈਥਮੈਟਿਕਸ ਦਾ ਫਾਰਮੂਲਾ ਵਰਤਿਆ, ਉਹਨੇ 328 ਬਣਾਤੀਆਂ ਜਿਹੜੀਆਂ ਬਣਦੀਆਂ ਹੀ ਨਹੀਂ। ਫਿਰ ਗੋਂਦਵਾਲ ਸਾਹਿਬ ਤੋਂ ਪਤਾ ਲੱਗਾ ਕਿ ਉੱਥੇ ਤਾਂ 65 ਬੀੜਾਂ ਦਾ ਸੰਸਕਾਰ ਹੋਇਆ ਪਰ ਉਹਨਾਂ ਦੀ ਐਂਟਰੀ ਨਹੀਂ ਹੋਈ ਜੀ। ਹੁਣ ਇਹ ਪਤਾ ਲੱਗਾ ਕਿ ਜਿਹੜਾ ਬੰਦਾ ਜਿਹਦੇ ਤੇ ਸਾਰਾ ਬੋਝ ਪਾਇਆ ਜਾ ਰਿਹਾ ਤੇ ਜਿਹੜਾ ਰਿਟਾਇਰ ਹੋ ਗਿਆ, ਉਹਨੇ ਇਸੇ ਸਾਲ ਫਰਵਰੀ 'ਚ 20 ਫਰਵਰੀ ਨੂੰ ਇਹ ਲਿਖ ਕੇ ਦਿੱਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਨੂੰ ਕਿ 80 ਬੀੜਾਂ ਉਦੋਂ ਜਾਂ ਸੜ ਗਈਆਂ ਜਾਂ ਨੁਕਸਾਨੀਆਂ ਗਈਆਂ ਜੀ। ਹੁਣ 267 65 125 328 ਆ ਹੁਣ 80 ਕਿੱਥੋਂ ਆ ਗਈਆਂ? ਇਹ 80 ਵਾਲੀ ਚਿੱਠੀ ਤੋਂ ਬਾਅਦ ਹੁਣ ਇੱਕ ਸ਼੍ਰੋਮਣੀ ਕਮੇਟੀ ਦਾ ਅਹੁਦੇਦਾਰ ਜਿਹੜਾ ਕਿਸੇ ਵਕਤ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਖੱਬੇ ਤੇ ਸੱਜੇ ਖਲੋਣ ਵਾਲਿਆਂ 'ਚ ਹੁੰਦਾ ਸੀ, ਉਹ ਕਹਿੰਦਾ ਜੀ ਬੀੜਾਂ ਹੀ ਕੁੱਲ 14 ਸੜੀਆਂ ਨੇ, ਇਹ 14 ਦੀ ਇੱਕ ਨਵੀਂ ਗਿਣਤੀ ਨਿਕਲ ਆਈ। ਇਹਨਾਂ 'ਚੋਂ ਹਰ ਕੋਈ ਵੱਖੋ ਵੱਖਰੀ ਗਿਣਤੀ ਕਿਉਂ ਕੱਢ ਰਿਹਾ ਜੀ? ਜਿਵੇਂ ਲੋਕਾਂ ਵਿੱਚ ਭੁਲੇਖਾ ਪਾਇਆ ਜਾ ਰਿਹਾ। ਜਿਹੜੇ 227 ਕਹਿੰਦੇ ਆ, ਜਿਹੜੇ 61, ਜਿਹੜੇ 125, ਜਿਹੜੇ 328, ਜਿਹੜੇ 65, ਜਿਹੜੇ 80, ਜਿਹੜੇ 14, ਇਹ ਸਾਰੇ ਹੋਰ ਕਿਸੇ ਗੱਲ ਦੇ ਦੋਸ਼ੀ ਹੋਣ ਜਾਂ ਨਾ ਹੋਣ ਜੀ, ਇਸ ਗੱਲ ਦੇ ਦੋਸ਼ੀ ਤਾਂ ਹੈਗੇ ਆ ਨਾ ਕਿ ਜਿਹਨੂੰ ਜਾਗਤ ਜੋਤ ਜਾਰਾ ਜਹੂਰ ਹਾਜ਼ਰਾ ਹਜ਼ੂਰ ਸਰਬਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਉਹਦੇ ਗਾਇਬ ਹੋਣ ਤੋਂ ਬਾਅਦ ਇਹਨਾਂ ਸਾਰਿਆਂ ਚੋਂ ਕਿਸੇ ਨੇ ਪਛਤਾਤਾਪ ਨਹੀਂ ਕੀਤਾ ਜੀ, ਕੋਈ ਅਖੰਡ ਪਾਠ ਨਹੀਂ ਰਖਾਇਆ। ਵੱਡੀ ਗੱਲ ਇਹ ਆ ਕਿ ਦੁਨੀਆ ਭਰ ਦੇ 3.5-4 ਕਰੋੜ ਸਿੱਖਾਂ ਤੋਂ ਇਹ ਗੱਲ ਲੁਕਾ ਕੇ ਰੱਖੀ, ਜਿਹੜਾ ਪਰਦਾ ਪਾਇਆ ਗਿਆ ਜੀ। ਇਹ ਪਰਦਾ ਪਾਉਣ ਵਾਲਿਆਂ 'ਚ ਹੇਠਲੇ ਸੇਵਾਦਾਰ ਤੋਂ ਲੈ ਕੇ ਚੀਫ ਸੈਕਟਰੀ ਤੱਕ, ਜਨਰਲ ਸੈਕਟਰੀ ਤੱਕ, ਉੱਪਰ ਧਾਰਮਿਕ ਸਵਾਮੀਆਂ ਤੱਕ, ਸਾਰੇ ਦੇ ਸਾਰੇ ਦੋਸ਼ੀ ਨੇ। ਸਾਰਾ ਸੈੱਟ ਹੀ ਖਰਾਬ ਹੋਇਆ ਪਿਆ ਜੀ। ਇੱਥੇ ਤੇ ਤੰਦ ਨਹੀਂ ਤਾਣੀ ਵਿਗੜੀ ਪਈ ਆ। ਇਹਨਾਂ 'ਚੋਂ ਹਰ ਬੰਦਾ ਇਹ ਆਖੀ ਜਾਂਦਾ ਇੰਨੀਆਂ ਨਹੀਂ ਇੰਨੀਆਂ ਸੀ, ਪਰ ਜਦੋਂ ਇਹ ਪੁੱਛੋ ਕਿ ਤੁਸੀਂ ਇਹਦਾ ਕੋਈ ਪਛਤਾਤਾਪ ਕੀਤਾ, ਜਿਹੜੇ 14 ਕਹਿੰਦੇ ਉਹ ਵੀ ਜੀ। ਇਹਨਾਂ 'ਚੋਂ ਕਿਸੇ ਨੇ ਇਹ ਗੱਲ ਰਿਕਾਰਡ ਤੇ ਲਿਆਂਦੀ ਸੀ ਕਿ ਇੰਨੀਆਂ ਜੀ। ਅੱਜ ਜੋ ਬੋਲਦੇ ਪਏ ਆ, ਜਦੋਂ ਬੋਲਣ ਦਾ ਵਕਤ ਸੀ ਉਦੋਂ ਇਹ ਲੋਕ ਕਿਉਂ ਨਹੀਂ ਬੋਲੇ ਜੀ? ਉਦੋਂ ਇਹ ਮੂੰਹ ਕਿਉਂ ਨਹੀਂ ਖੋਲਿਆ? ਹੁਣ ਚੀਫ ਸੈਕਟਰੀ ਜਿਹੜਾ ਰਿਟਾਇਰ ਹੋਇਆ, ਰਿਟਾਇਰ ਨਹੀਂ ਹੋਇਆ, ਜਿਹਨੇ ਖੱਲ ਬਚਾਉਣ ਵਾਸਤੇ ਅਸਤੀਫਾ ਦਿੱਤਾ ਤੇ ਤਰਲੇ ਕੱਢ ਕੇ ਪ੍ਰਵਾਨ ਕਰਾ ਲਿਆ ਜਾਪਦਾ ਜੀ, ਉਹਦਾ ਇੱਕ ਸਪਸ਼ਟੀਕਰਨ ਆਇਆ
ਕਿ ਮੈਂ ਨਿੱਜੀ ਕੰਮਾਂ ਲਈ ਬਾਹਰ ਗਿਆ ਸੀ, ਮੇਰੇ ਗਲਤ ਅਰਥ ਕੱਢੇ ਗਿਆ, ਮੇਰਾ ਇਹਦੇ 'ਚ ਕੋਈ ਰੋਲ ਨਹੀਂ। ਰੋਲ ਵਾਕਈ ਨਹੀਂ ਹੋਣਾ। ਜਿੱਥੇ ਜਾ ਕੇ ਸਾਰਾ ਕੁਝ ਹੋਇਆ ਗੁਰਦੁਆਰਾ ਰਾਮਸਰ ਸਾਹਿਬ ਦੇ ਵਿੱਚ ਜੀ, ਜਿਹੜਾ ਪਬਲੀਕੇਸ਼ਨ ਵਿਭਾਗ ਹੈ ਉਹਦਾ ਸਭ ਤੋਂ ਲੰਮਾ ਸਮਾਂ ਇੰਚਾਰਜ ਕੌਣ ਰਿਹਾ ਦੱਸ ਦਿਓ ਜੀ। ਫਿਰ ਜਦੋਂ ਇਹਦੀ ਜਾਂਚ ਸ਼ੁਰੂ ਹੋਈ ਤੇ ਉਦੋਂ ਅਫੜਾ ਦਫੜੀ 'ਚ ਜ਼ਰੂਰੀ ਕੰਮ ਦੀ ਛੁੱਟੀ ਲੈ ਕੇ ਕੈਨੇਡਾ ਚਲ ਜਾਓ। ਜਦੋਂ ਵੇਖਿਆ ਕਿ ਰਿਪੋਰਟ ਦੇ ਵਿੱਚ ਹੋਰ ਕੰਮ ਬਣਨ ਲੱਗਾ, ਫਿਰ ਫਟਾਫਟ ਵਾਪਸ ਆ ਜਾਓ, ਫਿਰ ਅਸਤੀਫਾ ਦੇ ਦਿਓ। ਅਸਤੀਫਾ ਪ੍ਰਵਾਨ ਹੋ ਜੇ, ਮੁੜ ਕੇ ਆਖੋ ਮੇਰਾ ਕੋਈ ਰੋਲ ਨਹੀਂ। ਰੋਲ ਤੇ ਕਈਆਂ ਦਾ ਨਿਕਲਦਾ ਪਿਆ। ਜਿਹੜੀ ਆ 20 ਫਰਵਰੀ 2020 ਦੀ ਚਿੱਠੀ ਆ, ਇਸੇ ਸਾਲ 20 ਫਰਵਰੀ ਦੀ ਜੀ, ਉਹ ਚਿੱਠੀ ਤੇ ਉਸ ਬੰਦੇ ਨੇ ਚੀਫ ਸੈਕਟਰੀ ਨੂੰ ਲਿਖੀ ਆ ਤੇ ਕਹਿੰਦੇ ਰਿਕਾਰਡ ਤੇ ਆ। ਜੇ ਉਹ ਰਿਕਾਰਡ ਤੇ ਆ ਤੇ ਚੀਫ ਸੈਕਟਰੀ ਆਖੇ ਮੇਰਾ ਰੋਲ ਨਹੀਂ, ਕਿੱਦਾਂ ਰੋਲ ਨਹੀਂ? ਜਦੋਂ ਉਹਦੇ ਕੋਈ ਚਿੱਠੀ ਆਈ ਆ ਤੇ ਉਹਨੇ 20 ਫਰਵਰੀ ਦੀ ਉਹ ਚਿੱਠੀ ਦੇ ਉੱਤੇ ਕੋਈ ਕਾਰਵਾਈ ਕੀਤੀ? ਜੀ, ਜੇ ਉਹਨੇ ਕਾਰਵਾਈ ਕੋਈ ਨਹੀਂ ਕੀਤੀ, ਜੇ ਪਰਦਾਪੋਸ਼ੀ ਕਰਨ ਲੱਗਾ ਰਿਹਾ ਤਾਂ ਰੋਲ ਤਾਂ ਉਹ ਨਿਕਲਦਾ ਹੀ ਪਿਆ। ਜੀ, ਜੀ। ਇੰਨੇ ਜਾਣੇ ਨੇ ਜਿਨ੍ਹਾਂ ਦਾ ਰੋਲ ਨਿਕਲਦਾ ਪਿਆ। ਇਹਦੇ 'ਚ ਪੰਜ ਸਾਹਿਬ ਇੱਕ ਮੈਂ ਮਾਫੀ ਚਾਹੁੰਦਾ, ਤੁਹਾਨੂੰ ਰੋਕ ਰਿਹਾ। ਇੱਕ ਲਿੰਕ ਇਹਦੇ ਵਿੱਚ ਰਾਜਨੀਤਿਕ ਨਹੀਂ ਬਣਦਾ, ਕਿਉਂਕਿ 2015 ਦੇ ਵਿੱਚ ਜੋ ਵੀ ਕੁਝ ਮਾਮਲਾ ਸਾਹਮਣੇ ਆਉਂਦਾ ਪਿਆ ਸੀਗਾ ਉਹ ਅਜੇ ਤੱਕ ਵੀ ਉਸੇ ਤਰ੍ਹਾਂ ਹੀ ਆ। ਪਰ ਗੁਰੂ ਸਾਹਿਬ ਦਾ ਸਰੂਪ ਚੋਰੀ ਹੁੰਦਾ, ਬਕਾਇਦਾ ਚੋਰੀ ਕੀਤਾ ਜਾਂਦਾ, ਉਹਦੇ ਪੋਸਟਰ ਲਾਏ ਜਾਂਦੇ ਆ। ਉਹ ਇੱਕ ਸਰੂਪ ਨੂੰ ਲੈ ਕੇ 2015 'ਚ ਜੋ ਕੁਝ ਹੋਇਆ ਸੀ, ਜਦੋਂ ਜੇ ਇਹ ਗੱਲ 2016 ਦੀ ਆ ਤੇ 2017 'ਚ ਇਲੈਕਸ਼ਨ ਆ, ਤੇ ਇਸ ਕਰਕੇ ਤਾਂ ਨਹੀਂ ਕਿਤੇ ਦੱਬ ਲਿਆ ਗਿਆ ਹੋਊਗਾ ਕਿ ਯਾਰ ਅੱਗੇ ਇੱਕ ਸਰੂਪ ਦਾ ਕਰਕੇ ਆਪਾਂ ਨੂੰ ਕੀ ਭੁਗਤਣਾ ਪੈ ਰਿਹਾ, ਤੇ ਹੁਣ ਜੇ ਆਪਾਂ ਆਹ ਕਹਿ ਬੈਠੇ ਪਏ ਇੰਨੇ ਹੋ ਗਿਆ ਤੇ ਫਿਰ ਕੀ ਕਰਾਂਗੇ? ਜਿਹੜੀ ਗੱਲ ਤੁਸੀਂ ਆਖੀ ਆ ਜੀ, ਇਹ ਗੱਲ ਤਾਂ ਜਿਸ ਦਿਨ 267 ਸਰੂਪਾਂ ਦਾ ਰੌਲਾ ਪਿਆ, ਜਿਹੜਾ ਕਮਲਜੀਤ ਸਿੰਘ ਰਿਟਾਇਰ ਹੋਇਆ ਤੇ ਰਿਟਾਇਰ ਹੋਣ ਲੱਗਿਆ ਉਹਦੇ ਤੋਂ ਇਹਨਾਂ ਦੇ ਪੈਸੇ ਕੱਟੇ ਗਏ ਜੀ, ਇਹ ਗੱਲ ਤਾਂ ਉਹਨੇ ਉਦੋਂ ਨਹੀਂ ਕਹਿਤੀ ਸੀ। ਉਹਨੇ ਤੇ ਇਹ ਵੀ ਆਖਿਆ ਕਿ ਪੰਥ ਦਾ ਵੱਡਾ ਲੀਡਰ ਅਕਾਲੀ ਦਲ ਦਾ ਉੱਥੇ ਆਇਆ ਤੇ ਉਹਨੇ ਆ ਕੇ ਸਾਰਿਆਂ ਦੀ ਝਾੜ ਝੰਬ ਕੀਤੀ ਕਿ ਅੱਗੇ ਤਾਂ ਬਰਗਾੜੀ ਦਾ ਮਸਲਾ ਸਾਡੇ ਗਲ 'ਚ ਪਿਆ ਵਾ, ਬੜਾ ਵੱਡਾ ਮੁਸ਼ਕਲ ਪਈ ਆ, ਸਾਨੂੰ ਉਹਦਾ ਰਾਹ ਨਹੀਂ ਲੱਭਦਾ ਜੀ। ਤੇ ਚੋਣਾਂ 'ਚ 3 ਮਹੀਨੇ ਹੋ ਗਏ ਤੇ ਤੁਸੀਂ 3 ਮਹੀਨੇ ਰਹਿ ਗਏ, ਤੁਸੀਂ ਆ ਨਵਾਂ ਪੌੜਾ ਪਾਤਾ, ਇਹਨੂੰ ਹੁਣ ਚੁੱਪ ਕਰਕੇ ਕਿਸੇ ਤਰੀਕੇ ਸਮੇਟ ਦਿਓ। ਤੇ ਉਹਦੇ ਕਹਿਣ ਤੇ ਸਮੇਟਿਆ ਗਿਆ ਜੀ। ਉਹਦੇ ਕਹਿਣ ਦੇ ਉੱਤੇ 4 ਗੱਡੀਆਂ 'ਚ ਲੱਦ ਕੇ ਗੋਂਦਵਾਲ ਸਾਹਿਬ ਭੇਜਿਆ ਗਿਆ, ਜਿਹਦੇ ਅਗਲੇ ਪਾਸੇ ਇੱਕ ਪਾਇਲਟ ਗੱਡੀ ਪੁਲਿਸ ਦੀ, ਪਿੱਛੇ ਇੱਕ ਸਕਾਟ ਗੱਡੀ ਪੁਲਿਸ ਦੀ ਲੱਗੀ। ਉਹਦੇ 'ਚ ਖਜ਼ਾਨਾ ਜਾ ਰਿਹਾ ਸੀ। ਜਾਣੀਆਂ ਤੇ ਗੁਰੂ ਸਾਹਿਬ ਦੀਆਂ ਸੜੀਆਂ ਹੋਈਆਂ ਬੀੜਾਂ ਸਨ ਜੀ, ਧੁਆਖੀਆਂ ਹੋਈਆਂ ਤੇ ਪਾਣੀ ਨਾਲ ਖਰਾਬ ਹੋਈਆਂ ਬੀੜਾਂ ਸਨ। ਇਹਨਾਂ ਦੇ ਅੱਗੇ ਪਿੱਛੇ ਪਾਇਲਟ ਤੇ ਜਿਹੜੀਆਂ ਸਕਾਟ ਜਿਪਸੀਆਂ ਲੱਗੀਆਂ ਸਨ, ਉਹ ਕਿਉਂ ਲੱਗੀਆਂ? ਮੇਰੇ ਆਪਣੇ ਕੋਲ ਇੱਕ ਚਿੱਠੀ ਪਈ ਹੈ, ਇਹ ਉਸ ਚਿੱਠੀ ਤੋਂ ਬਹੁਤ ਕੁਝ ਖੁੱਲ੍ਹਦਾ ਜੀ। ਉਸ ਵਕਤ ਦੇ ਇੱਕ ਪੁਲਿਸ ਆਫੀਸਰ ਨੇ ਉਸ ਵਕਤ ਦੇ ਵੱਡੇ ਪੁਲਿਸ ਆਫੀਸਰ ਨੂੰ ਲਿਖਿਆ ਕਿ ਇਸ ਤਰ੍ਹਾਂ ਉੱਥੇ ਆ ਕੁਝ ਹੋ ਗਿਆ, ਇਹਦੇ ਉੱਤੇ ਕੀ ਕਾਰਵਾਈ ਕਰਨੀ ਬਣਦੀ ਜੀ। ਤੇ ਉੱਪਰਲੇ ਅਫਸਰ ਨੇ ਉਹਦੇ ਉੱਤੇ ਲਿਖਿਆ ਡਿਸਕਸ, ਵੀ ਅਜੇ ਕਰੀ ਕੁਛ ਨਾ, ਮੇਰੇ ਕੋਲ ਆ ਜਾ, ਇੱਥੇ ਆਪਾਂ ਗੱਲ ਕਰਾਂਗੇ। ਉਹਦੇ ਤੋਂ ਬਾਅਦ ਮੁੜ ਕੇ ਉਹ ਕਾਰਵਾਈ ਠੱਪ ਹੋ ਜਾਂਦੀ ਹੈ। ਪੁਲਿਸ ਡਿਪਾਰਟਮੈਂਟ ਦੀ ਜੇ ਉਹ ਚਿੱਠੀ ਮੇਰੇ ਕੋਲ ਪਈ ਹੈ ਜੀ, ਜਤਿੰਦਰ ਪੰਨੂ ਕੋਲ ਪਈ ਹੈ ਤੇ ਹੋਰ ਕਿਸੇ ਕੋਲ ਨਹੀਂ ਹੋ ਸਕਦੀ ਜੀ। ਚਿੱਠੀ ਕਿੱਥੇ ਗਈ? ਉਹਨੇ ਚਿੱਠੀਆਂ ਤੇ ਕਾਰਵਾਈ ਕਿਉਂ ਨਾ ਕੀਤੀ ਗਈ? ਉਦੋਂ ਪੁਲਿਸ ਨੇ ਇਹ ਗੱਲ ਕਿਉਂ ਠੱਪ ਦਿੱਤੀ? ਇਸ ਕਰਕੇ ਕਿ ਪੁਲਿਸ ਦਾ ਮਾਲਕ ਹੋਮ ਮਿਨਿਸਟਰ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਵੀ ਸੀ, ਜੇ ਅਕਾਲੀ ਦਲ ਦਾ ਪ੍ਰਧਾਨ ਵੀ ਸੀ। ਇਹ ਤਾਂ ਜੇ ਤੁਰੇ ਜਾਂਦੇ ਆ ਤੇ ਐਡੀ ਦੂਰ ਤੱਕ ਖਿਲਾਰਾ, ਪਤਾ ਨਹੀਂ ਕਿੰਨੇ ਲੋਕ ਫਸਦੇ ਪਏ ਨੇ। ਹਰ ਕੋਈ ਦੂਸਰੇ ਵੱਲ ਉਂਗਲ ਕਰੀ ਜਾਂਦਾ, ਫਲਾਨਾ ਵੀ ਆ, ਫਲਾਨਾ ਵੀ ਆ, ਆਪਣੇ ਸਿਰ ਤੇ ਜ਼ਿੰਮੇਵਾਰੀ ਕੋਈ ਲੈਣ ਨੂੰ ਹੀ ਤਿਆਰ ਨਹੀਂ ਜੀ। ਇੰਨਾ ਮੰਦਾ ਹਾਲ ਹੋਇਆ ਪਿਆ। ਮੈਂ ਤਾਂ ਹੈਰਾਨ ਆ ਕਿ ਜਿੰਨੀਆਂ ਗੱਲਾਂ ਇਹਦੇ ਨਾਲ ਜੁੜ ਕੇ ਅੰਦਰੋਂ ਦਰਬਾਰ ਸਾਹਿਬ ਚੋਂ ਨਿਕਲਦੀਆਂ। ਅਕਾਲ ਤਖਤ ਸਾਹਿਬ ਦੇ ਜਥੇਦਾਰ, ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਆਏ ਸੀ, ਅਸੀਂ ਬੜਾ ਉਹਨਾਂ ਦਾ ਦਿਲੋਂ ਸਵਾਗਤ ਕੀਤਾ ਸੀ। ਜੀ, ਜੀ। ਅਸੀਂ ਸਮਝਿਆ ਸੀ ਪੜ੍ਹਿਆ ਲਿਖਿਆ ਗੁਣੀ ਗਿਆਨੀ ਬੰਦਾ ਆਇਆ। ਅਸੀਂ ਸਮਝਦੇ ਸਾਂ ਕਿ ਆਪਣੇ ਧਰਮ ਦੀ ਤੈਨੂੰ ਜਾਣਕਾਰੀ ਹੋਊ, ਕਥਾਵਾਚਕ ਰਿਹਾ। ਦੂਸਰੇ ਧਰਮ ਬਾਰੇ, ਕੁਰਾਨ ਸ਼ਰੀਫ ਬਾਰੇ ਵੀ ਇਹਨੇ PhD ਕੀਤੀ ਹੋਈ ਹੈ। ਸਿਰਫ ਸਰਟੀਫਿਕੇਟ ਡਿਗਰੀ ਮਿਲਣੀ ਰਹਿ ਗਈ ਹੈ, ਬਾਕੀ ਤਾਂ ਸਭ ਕੁਝ ਹੋ ਚੁੱਕਾ। ਅਸੀਂ ਸਮਝਦੇ ਸੀ ਬਹੁਤ ਗੁਣੀ ਗਿਆਨੀ ਬੰਦਾ। ਪਰ ਗੁਣੀ ਗਿਆਨੀ ਬੰਦਾ ਜੇ ਇਸ ਮਾਮਲੇ 'ਚ ਸਾਰਾ ਸੱਚ ਨਹੀਂ ਦੱਸ ਰਿਹਾ, ਜੇ ਗੁਣੀ ਗਿਆਨੀ ਬੰਦਾ ਇਹਦੇ ਉੱਤੇ ਓਲਾ ਰੱਖੇ ਜੀ, ਤੇ ਲੋਕੀ ਫਿਰ ਕਹਿਣਗੇ ਕਿ ਜਿਹੜਾ ਆਸਾ ਦੀ ਵਾਰ ਚਾਹੁੰਦਾ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ। ਜੇ ਪੜ੍ਹੇ ਲਿਖੇ ਨੇ ਵੀ ਗੁਨਾਹ ਕਰਨਾ ਜੀ, ਤੇ ਓਮੀ ਸਾਧ ਹੁੰਦਾ ਜਿਹੜਾ ਜਮਾਂਦਰੂ ਵਿਚਾਰਾ ਸਿੱਧੜ ਜਿਹਾ। ਜਿਹੜੇ ਆਮ ਲੋਕ ਸਿੱਧੜ ਨੇ ਜੀ, ਉਹਨਾਂ ਦਾ ਅਸੀਂ ਕੀ ਕਸੂਰ ਕੱਢਾਂਗੇ? ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਹੈ। ਚੁੱਪ ਤੋੜੇ ਸਾਹਮਣੇ ਆਵੇ, ਉਹਨੂੰ ਦੱਸਣਾ ਚਾਹੀਦਾ ਕਿ ਕੀ ਹੋਇਆ। ਪਰ ਉਹ ਕਿੰਨੇ ਕੁ ਪਾਸੇ ਸਾਹਮਣੇ ਆਉਣ ਜੀ? ਇੱਕ ਮਸਲਾ ਹੋਰ ਵੀ ਹੈ ਨਾ ਜੀ, ਪਿਛਲੇ ਕੁਝ ਸਮੇਂ ਤੋਂ ਜਿਹੜੇ ਹਜ਼ੂਰੀ ਰਾਗੀ ਉੱਥੇ ਕੀਰਤਨ ਕਰਦੇ ਆ ਦਰਬਾਰ ਸਾਹਿਬ 'ਚ, ਉਹਨਾਂ ਦਾ ਇਸ ਚੀਜ਼ ਦੇ ਉੱਪਰ ਗਿਲਾ ਕਿ ਵੀ ਸਾਨੂੰ ਵਾਰ-ਵਾਰ ਉੱਥੇ ਕੀਰਤਨ ਕਰਦਿਆਂ ਦੇ ਦੌਰਾਨ
ਟੋਕਿਆ ਜਾਂਦਾ ਹੈੱਡ ਗ੍ਰੰਥੀ ਸਾਹਿਬ ਵੱਲੋਂ। ਫਿਰ ਪਿਛਲੇ ਦਿਨੀ ਇੱਕ ਵੀਡੀਓ ਜਿਹੜੀ ਵਾਇਰਲ ਹੁੰਦੀ ਆ ਪਟਨਾ ਸਾਹਿਬ ਤੋਂ, ਉੱਥੋਂ ਦੇ ਜਥੇਦਾਰ ਸਾਹਿਬ ਜਿਹੋ ਜਿਹੀਆਂ ਗੱਲਾਂ ਉਹਨਾਂ ਨੇ ਕੀਤੀਆਂ ਉਹਦੇ 'ਤੇ ਵੀ ਇਤਰਾਜ਼ ਕਰਦੇ ਨੇ। ਫਿਰ ਇਹ ਵਾਲਾ ਜਿਹੜਾ ਮਸਲਾ ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਗੁਰਬਾਣੀ 'ਚ ਆਉਂਦਾ ਤਖਤ ਬਹੇ ਤਖਤੇ ਕੇ ਲਾਇਕ। ਇਸ ਵੇਲੇ ਇੱਦਾਂ ਜਾਪਦਾ ਕੁਝ ਲੋਕ ਉਹ ਤਖਤਾਂ 'ਤੇ ਬੈਠ ਗਏ ਜਿਹੜੇ ਤਖਤ ਦੇ ਲਾਇਕ ਨਹੀਂ ਜੀ। ਜਿਹੜਾ ਉਹ ਜਥੇਦਾਰ ਗੌਹਰ ਹੈ, ਉਹਦੀ ਸ਼ਬਦਾਵਲੀ ਇੰਨੀ ਭੱਦੀ ਹੈ, ਗਿੱਟਿਆਂ 'ਤੇ ਮੋਬਾਈਲ ਰੱਖ ਕੇ ਕੀਰਤਨ ਕਰਦੇ ਆ। ਮੈਂ ਇਹੋ ਜਿਹੇ ਗੁਰੂ ਘਰ ਦੇ ਗ੍ਰੰਥੀਆਂ ਦੇ ਬਾਰੇ 'ਚ ਦੱਸ ਸਕਦਾ ਜਿਹੜੇ ਪਾਠ ਕਰਦਿਆਂ ਨਾਲ ਪੈਰਾਂ ਨੂੰ ਖੁਰਕੀ ਜਾਂਦੇ ਨੇ। ਇਹੋ ਜਿਹੇ ਬਹੁਤ ਸਾਰੇ ਲੋਕ ਨੇ ਜੀ। ਔਰ ਅੱਗੋਂ ਹੁਣ ਰਾਗੀ ਸਿੰਘਾਂ ਨੇ ਵੀ ਇਹ ਕੱਢਤਾ, ਕਹਿੰਦੇ ਜੀ ਅਸੀਂ ਗ੍ਰੰਥੀਆਂ ਬਾਰੇ ਤੇ ਕਥਾਵਾਚਕਾਂ ਬਾਰੇ ਦੱਸਦੇ। ਉਹਨਾਂ 'ਚ ਵੀ ਕਈਆਂ ਨੇ ਲਾਗੇ ਮੋਬਾਈਲ ਰੱਖੇ ਹੁੰਦੇ ਜੀ। ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਜ਼ਿਕਰ ਆਉਂਦਾ ਪਿਆ, ਉਹਦੇ ਬਾਰੇ ਉਹ ਰਾਗੀ ਸਿੰਘ ਕਹਿੰਦੇ ਆ ਕਿ ਸਾਨੂੰ ਗੰਦੀ ਗਾਲ ਵੀ ਕੱਢਦਾ। ਦਰਬਾਰ ਸਾਹਿਬ ਪਾਠ ਕਰਦਿਆਂ ਨੂੰ ਕਹਿ ਦਿੰਦਾ ਆ ਸ਼ਬਦ ਛੱਡੋ ਦੂਜਾ ਲਓ ਜੀ। ਉਹ ਲੰਬੜਦਾਰ ਹੈ, ਹੈੱਡ ਗ੍ਰੰਥੀ ਹੈ, ਤੇ ਹੈੱਡ ਗ੍ਰੰਥੀ ਦੇ ਤੌਰ 'ਤੇ ਆਪਣੀ ਜ਼ਿੰਮੇਵਾਰੀ ਰੱਖੇ। ਜੇ ਉਹਨੂੰ ਜਾਪਦਾ ਰਾਗੀ ਠੀਕ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖੇ ਜੀ ਭਲਕ ਤੋਂ ਇਹ ਰਾਗੀ ਨਹੀਂ ਆਉਣਾ ਚਾਹੀਦਾ ਜੀ। ਮੁਆਫ ਕਰਨਾ, ਇੱਥੇ ਬਹੁਤ ਚਰਚੇ ਨੇ ਕਿ ਰਾਗੀ ਉੱਥੇ ਰੱਖੇ ਕਿੱਦਾਂ ਜਾਂਦੇ ਆ। ਜਿਹਦੇ ਨਾਂ ਨਾਲ ਹਜ਼ੂਰੀ ਰਾਗੀ ਲੱਗ ਜਾਵੇ ਉਹਦਾ ਮੁੜ ਕੇ ਸੰਗਤਾਂ 'ਚ ਸਤਿਕਾਰ ਹੋ ਜਾਂਦਾ, ਪਰ ਉਹ ਹਜ਼ੂਰੀ ਰਾਗੀ ਬਣਨ ਵਾਸਤੇ ਜਿਹੜੀਆਂ ਕਮੇਟੀਆਂ 'ਚ ਕੀ ਕੁਛ ਹੁੰਦਾ ਉਹ ਵੀ ਬਹੁਤ ਚਰਚੇ ਚੱਲਦੇ ਆ ਜੀ। ਪਰ ਅੱਗੇ ਅਕਾਲ ਤਖਤ ਸਾਹਿਬ ਦੇ ਇੱਕ ਜਥੇਦਾਰ ਦੇ ਖਿਲਾਫ ਇਹ ਦੋਸ਼ ਲੱਗਦਾ ਸੀ ਕਿ ਉਹ ਜਿਹੜੇ ਅਖੰਡ ਪਾਠਾਂ ਦੀ ਜਾਲੀ ਬੁਕਿੰਗ ਹੈ ਉਹਦੇ ਜਵਾਈ ਦਾ ਨਾਂ ਆਉਂਦਾ। ਹੁਣ ਰਾਗੀ ਸਿੰਘਾਂ ਨੇ ਹੈੱਡ ਗ੍ਰੰਥੀ ਸਾਹਿਬ ਦੇ ਉੱਤੇ ਇਹੋ ਦੋਸ਼ ਲਾਤਾ ਕਿ ਉਹਦਾ ਵੀ ਇੱਕ ਇਸ ਤਰ੍ਹਾਂ ਦਾ ਰਿਸ਼ਤੇਦਾਰ ਹੈ ਜਿਹੜਾ ਤਬਲਾ ਵਾਦਕ ਹੈ, ਜਿਹੜਾ ਰਾਗੀ ਦੇ ਤੌਰ 'ਤੇ ਰਜਿਸਟਰਡ ਨਹੀਂ ਪਰ ਅੰਦਰ ਕੀਰਤਨ ਕਰਦਾ ਪਿਆ ਜੀ। ਇਹ ਕਿਹਨੇ ਹੱਕ ਦੇ ਦਿੱਤਾ? ਤੇ ਜੇ ਇਸ ਤਰ੍ਹਾਂ ਇਹੋ ਜਿਹੇ ਹੱਕ ਦਿੱਤੇ ਜਾਣੇ ਆ, ਕੁਝ ਇਹੋ ਜਿਹੇ ਬੰਦੇ ਜਿਹੜਾ ਹੁਣ ਆਸਾ ਦੀ ਵਾਰ 'ਚ ਆਉਂਦਾ, ਇੱਕ ਮੂਲ ਨਾ ਬੁੱਝਣ ਆਪਣਾ ਅਣਹੋਦਾ ਆਪ ਗਣਾਏ ਦੇ ਔਰ ਢਾਡੀ ਕਾ ਨੀਚ ਜਾਤ ਔਰ ਉੱਤਮ ਜਾਤ ਸਦਾਏ ਦੇ। ਇਹ ਜਿਹੜੀ ਗੱਲ ਹੈ, ਕੁਝ ਬੰਦੇ ਜਿਨ੍ਹਾਂ ਦੇ ਆਪਣੇ ਬਹੁਤਾ ਕੁਝ ਪੱਲੇ ਨਹੀਂ ਜੀ, ਉਹ ਬਦੋ ਬਦੀ ਬੇਲੋੜਾ ਤਾਂ ਚੜ ਕੇ ਦੂਸਰਿਆਂ ਦੀ ਨੁਕਤਾਚੀਨੀ ਕਰਦੇ ਪਏ। ਉਹ ਸਮਝਦੇ ਅਕਾਲ ਪੁਰਖ ਤੋਂ ਸਿੱਧੀ ਰੋਸ਼ਨੀ ਸਾਡੇ ਤੱਕ ਹੀ ਆਈ ਹੈ, ਵਿਚਾਲੇ ਕੋਈ ਟੋਲ ਪਲਾਜ਼ਾ ਹੈਗਾ ਹੀ ਨਹੀਂ ਸੀ। ਉਹਨਾਂ ਨੂੰ ਇਹ ਹੱਕ ਕਿਹਨੇ ਦੇ ਦਿੱਤਾ ਜੀ ਕਿ ਰਾਗੀ ਸਿੰਘਾਂ ਨੂੰ ਰਾਹ 'ਚ ਰੋਕ ਕੇ ਦਰਸ਼ਨੀ ਡਿਓੜੀ ਦੇ ਕੋਲ ਝਾੜ ਝੰਬ ਕਰਨ, ਬੇਇੱਜ਼ਤੀ ਕਰਨ, ਔਰ ਵਿੱਚ ਉਹਨਾਂ ਨੇ ਇੱਕ ਜਿਹੜਾ ਲਫ਼ਜ਼ ਵਰਤਿਆ ਉਹ ਗਾਲ ਵਾਲਾ ਲਫ਼ਜ਼ ਆ। ਉਹ ਕਹਿੰਦੇ ਜੀ ਸਾਨੂੰ ਆਹ ਲਫ਼ਜ਼ ਵਰਤ ਦਿਓ ਜੀ। ਤੇ ਜੇ ਉਹ ਇਹੋ ਜਿਹੇ ਲਫ਼ਜ਼ ਵੀ ਵਰਤਦੇ ਆ ਤੇ ਹੁਣ 15 ਦਿਨ ਹੋ ਚਲੇ ਰੌਲਾ ਪੈਂਦਿਆਂ, ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਇਸ ਮਾਮਲੇ 'ਚ ਆਪਣੀ ਚੁੱਪ ਕਿਉਂ ਨਹੀਂ ਤੋੜੀ ਜੀ। ਉਹ ਸਾਰੇ ਰਾਗੀ ਇਕੱਠੇ ਹੋ ਕੇ ਗਏ, ਕਹਿੰਦੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾ ਕੇ ਬੇਨਤੀ ਕੀਤੀ ਤੇ ਜਥੇਦਾਰ ਸਾਹਿਬ ਕਹਿੰਦੇ ਮੈਂ ਕੁਝ ਨਹੀਂ ਕਰ ਸਕਦਾ। ਜੇ ਉਹ ਵੀ ਕੁਝ ਨਹੀਂ ਕਰ ਸਕਦੇ ਤੇ ਕੌਣ ਕਰੇਗਾ? ਬਿਲਕੁਲ ਸਹੀ। ਉਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਹਾਲੈਂਡ ਜਾਣਗੇ, ਨੀਦਰਲੈਂਡ ਜਾਣਗੇ, ਉਹਨਾਂ ਨੂੰ ਦੱਸਣਾ ਚਾਹੀਦਾ ਕਿਹਦੇ ਕੋਲ ਜਾਓ ਜੀ। ਕਹਿੰਦੇ ਮੈਂ ਦਖਲ ਨਹੀਂ ਦੇਣਾ। ਇਹ ਸਾਰਾ ਜੋ ਵੀ ਹੋ ਰਿਹਾ, ਮੈਨੂੰ ਹੈਰਾਨੀ ਹੈ ਕਿ ਇਸ ਵੇਲੇ ਇਹ ਜਿਸ ਤਰ੍ਹਾਂ ਆ 267 ਬੀੜਾਂ, 328 ਬੀੜਾਂ, 65 ਬੀੜਾਂ, 61 ਬੀੜਾਂ, 125 ਬੀੜਾਂ, 14 ਬੀੜਾਂ, 80 ਬੀੜਾਂ, ਇਹਦੇ 'ਚ ਸਿੱਖ ਸੰਗਤ ਦੇ ਜਜ਼ਬਾਤ ਨਾਲ ਖੇਡਿਆ ਗਿਆ ਜੀ। ਉਹਦੇ ਵਿੱਚ ਧਾਰਮਿਕ ਪਦਵੀਆਂ ਵਾਲੇ ਵੀ ਨੇ, ਸਿਆਸੀ ਚੌਧਰ ਵਾਲੇ ਵੀ ਨੇ, ਉਹ ਵੀ ਨੇ ਜਿਹੜੇ ਕਰਮਚਾਰੀ ਸੀ, ਉਹ ਵੀ ਆ ਜਿਹੜੇ ਆਸੇ-ਪਾਸੇ ਦੇ ਦਰਬਾਰੀ ਸੀ, ਉਹ ਵੀ ਆ ਜਿਨ੍ਹਾਂ ਨੇ ਪ੍ਰਧਾਨਗੀਆਂ ਲਈਆਂ ਸੀ, ਉਹ ਵੀ ਆ ਜਿਹੜੇ ਅੰਤਰਿਮ ਕਮੇਟੀ ਦੇ ਮੈਂਬਰ ਆ। ਇਹ ਸਾਰਿਆਂ ਨੇ ਰਲ ਕੇ ਜਿਵੇਂ ਸਿੱਖ ਸੰਗਤ ਦੇ ਜਜ਼ਬਾਤ ਨਾਲ ਖੇਡਿਆ, ਜਿਸ ਤਰ੍ਹਾਂ ਹੁਣ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਜੀ ਰਾਗੀ ਸਿੰਘਾਂ ਦੇ ਜਜ਼ਬਾਤ ਨਾਲ, ਧਾਰਮਿਕ ਜਜ਼ਬਾਤ ਨਾਲ ਖੇਡ ਰਿਹਾ। ਜਿਵੇਂ ਇਹ ਆਖਿਆ ਜਾ ਰਿਹਾ ਨਹੀਂ ਰਾਗ ਪੜ੍ਹਨਾ ਆਉਂਦਾ, ਕੀਰਤਨ ਨਹੀਂ ਕਰਨਾ ਆਉਂਦਾ, ਜਾ ਕੇ ਰਿਕਸ਼ੇ ਵਾਲਣ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਿੱਖ ਸੰਗਤ ਦੇ ਵਿੱਚ ਇੱਕ ਲਾਵਾ ਭਰੀ ਜਾਂਦੀਆਂ, ਲਾਵਾ ਜੀ। ਉਹ ਜਿਹੜੀ ਪੜਾਸ ਸੀਗੀ ਉਹ ਜਦੋਂ ਭੰਬਾਕਾ ਬਣ ਕੇ ਉੱਠੀ ਸੀ ਤੇ ਸਿੱਖਾਂ ਨੇ ਜਾ ਕੇ ਦਰਬਾਰ ਸਾਹਿਬ ਦੇ ਵਿੱਚੋਂ ਜਿਹੜੇ ਉਸ ਵਕਤ ਦੇ ਪ੍ਰਬੰਧਕ ਸੀ ਤੇ ਪੁਜਾਰੀ ਸੀ, ਉਹ ਉਹਨਾਂ ਨੂੰ ਜਿਸ ਤਰ੍ਹਾਂ ਭਜਾਇਆ ਸੀ ਉੱਥੋਂ, ਪਤਾ ਹੈ ਇਸ ਵੇਲੇ ਜਿਹੜਾ ਅੰਦਰੇ ਅੰਦਰ ਪੜਾਸ ਇਕੱਠੀ ਹੋ ਰਹੀ ਹੈ ਜੀ। ਜਿਸ ਪੜਾਸ ਨੂੰ ਕਿਸੇ ਤਰੀਕੇ ਪ੍ਰੈਸ਼ਰ ਕੁੱਕਰ ਦੀ ਸੀਟੀ ਨਾਲ ਕੱਢਿਆ ਨਾ ਗਿਆ, ਇਹ ਮਤ ਸਮਝਣ ਕਿ ਸਾਡੇ ਖਿਲਾਫ ਕੋਈ ਨਹੀਂ ਬੋਲੇਗਾ ਜੀ। ਸਿੱਖਾਂ 'ਚ ਭੜਕਾਹਟ ਫੈਲ ਰਹੀ ਹੈ ਇਸ ਵੇਲੇ। ਉਹ ਸਾਰੇ ਇਕੱਠੇ ਹੋ ਕੇ ਕਹਿ ਸਕਦੇ ਆ ਕਿ ਤੁਸੀਂ ਐਡੀਆਂ ਐਡੀਆਂ ਪਦਵੀਆਂ ਤੇ ਬੈਠ ਕੇ ਕਰਦੇ ਕੀ ਪਏ ਹੋ? ਤੁਹਾਨੂੰ ਕੁਛ ਤਾਂ ਚੱਜ ਚਾਹੀਦਾ। ਇਹ ਚੱਜ ਤੋਂ ਬਾਹਰ ਦੀਆਂ ਗੱਲਾਂ ਹੁੰਦੀਆਂ ਪਈਆਂ ਜਿਹੜੀਆਂ ਚੰਗੀਆਂ ਨਹੀਂ। ਘੱਟੋ ਘੱਟ ਰਾਗੀ ਸਿੰਘਾਂ ਨਾਲ ਅੱਗੇ ਉਹ ਸੁੱਚਾ ਸਿੰਘ ਲਗਾਹ ਨੇ ਕੀ ਕੀਤਾ ਸੀ, ਜੀ। ਅਕਾਲ ਤਖਤ ਦੇ ਬਾਹਰ ਵਾਰਾਂ ਗਾਉਂਦੇ ਢਾਡੀਆਂ ਦੀ ਬੇਇੱਜ਼ਤੀ ਕੀਤੀ ਸੀ। ਬਿਲਕੁਲ ਸਹੀ। ਔਰ ਸਾਰੇ ਢਾਡੀ ਪਿੱਟੇ ਸੀ। ਤੇ ਬਾਅਦ ਵਿੱਚ ਲੰਗਾਹ ਦਾ ਕੀ ਬਣਿਆ?
ਇਸ ਵੇਲੇ ਜਿਹੜੇ ਲੋਕ ਰਾਗੀਆਂ ਦੀ ਬੇਇੱਜ਼ਤੀ ਕਰਦੇ ਪਏ, ਅੱਗੇ ਪਹਿਲਾਂ ਦਰਬਾਰ ਸਾਹਿਬ 'ਚ ਇੱਕ ਹੈੱਡ ਗ੍ਰੰਥੀ ਹੁੰਦਾ ਸੀ, ਜੀ ਜੀ ਜੀ, ਉਹਦੇ ਬਾਰੇ ਲੋਕ ਜਾਣਦੇ ਸੀ ਕਿ ਉਹ ਗੰਦੀਆਂ ਗਾਲਾਂ ਵੀ ਕੱਢ ਦਿੰਦਾ, ਤੇ ਬਾਅਦ ਵਿੱਚ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਤੇ ਛੜੱਪਾ ਮਾਰ ਕੇ ਚਪਣੀਆਂ ਭੰਨਦਾ ਤੇ ਮੌਲੀ ਅੱਟੀ ਗੁੱਟ ਨੂੰ ਬੰਨ੍ਹਦਾ ਤੇ ਡਰਾਮੇ ਕਰਦਾ, ਫਿਰ ਉਹਦੇ 'ਚ ਵਿਵਾਦ ਵਿੱਚ ਫਸ ਗਿਆ ਸੀ। ਬਿਲਕੁਲ ਉਹਦੇ ਤੋਂ ਬਾਅਦ ਹੁਣ ਫਿਰ ਇੱਕ ਹੈੱਡ ਗ੍ਰੰਥੀ ਉਸੇ ਤਰ੍ਹਾਂ ਰਾਗੀ ਸਿੰਘਾਂ ਦੀ ਬੇਇੱਜ਼ਤੀ ਕਰ ਰਿਹਾ। ਜੇ ਰਾਗੀ ਸਿੰਘਾਂ ਦੀ ਬੇਇੱਜ਼ਤੀ ਕਰ ਰਿਹਾ ਤੇ ਉਹ ਕਿੰਨੀ ਕੁ ਦੇਰ ਤੱਕ ਕਰਾਉਣਗੇ? ਇਹ ਕੋਲ ਸਾਰਾ ਰਾਗੇ- ਜਿਹੜਾ ਦੀ ਪੜਾਸ ਇਕੱਠੀ ਹੁੰਦੀ ਜਾਂਦੀ ਹੈ, ਬਿਲਕੁਲ ਸਹੀ। ਇਹਨੂੰ ਸਮਝਣ ਦੀ ਲੋੜ ਹੈ, ਨਾ ਸਮਝਿਆ ਤੇ ਨੁਕਸਾਨ ਕਰਾਉਣਗੇ। ਚਲੋ ਸਮਾਂ ਹਰੇਕ ਦਾ ਆਉਣਾ। ਮੈਂ ਚਾਹੁੰਦਾ ਸੀ ਆਪਾਂ ਗੱਲ ਫੇਸਬੁੱਕ ਵਾਲੀ ਜ਼ਰੂਰ ਕਰ ਲਈਏ ਕਿ ਫੇਸਬੁੱਕ ਨੇ ਹੁਣ ਜਿਹੜੀ ਪਾਰਲੀਮੈਂਟ ਕਮੇਟੀ ਦੇ ਸਾਹਮਣੇ ਪੇਸ਼ੀ ਭੁਗਤੀ ਆ, ਤੇ ਉਹਦੇ ਵਿੱਚ ਹੁਣ ਉਹਨਾਂ ਨੇ ਸ਼ਾਇਦ ਇੱਕ ਬੀਜੇਪੀ ਦੇ ਐਮਐਲਏ ਨੂੰ ਵੀ ਸਾਈਡਲਾਈਨ ਕੀਤਾ ਵੀ ਇਹ ਜਿਹੜਾ ਹੇਟ ਸਪੀਚ ਉੱਤੇ ਫੇਸਬੁੱਕ ਤੇ ਪੋਸਟ ਕਰਦਾ, ਉਹਦੇ ਬਾਰੇ ਥੋੜ੍ਹਾ ਸਮਝਾਓ ਕਿ ਹੁਣ ਫਾਈਨਲੀ ਫੇਸਬੁੱਕ ਮੰਨ ਗਿਆ ਵੀ ਅਸੀਂ ਕਰਦੇ ਰਹੇ। ਫੇਸਬੁੱਕ ਪੱਖਪਾਤੀ ਹੈ। ਇਹ ਇਹਨਾਂ ਨੇ ਅਮਰੀਕਾ 'ਚ ਮੰਨਿਆ ਜੀ ਕਿ ਕੁਝ ਹੇਟ ਸਪੀਚ ਸੀ, ਪੋਸਟਾਂ ਸੀ ਜਿਹੜੀਆਂ ਅਸੀਂ ਨਾ ਹਟਾ ਕੇ ਗਲਤੀ ਕੀਤੀ ਹੈ, ਪਰ ਭਾਰਤ ਵਿੱਚ ਅਜੇ ਤੱਕ ਨਹੀਂ ਮੰਨਦੇ। ਜੀ ਆ ਦਿੱਲੀ ਦੀਆਂ ਚੋਣਾਂ 'ਚ ਜਦੋਂ ਆਖਿਆ ਸੀ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ, ਅੱਗੇ ਗੰਦੀ ਗਾਲ ਕੱਢੀ ਸੀ। ਜੀ ਇਹੋ ਜਿਹੀਆਂ ਚੀਜ਼ਾਂ ਵੀ ਫੇਸਬੁੱਕ ਦੇ ਉੱਤੇ ਵੀ ਘੁੰਮਦੀਆਂ ਰਹੀਆਂ। ਉਸ ਤੋਂ ਬਾਅਦ ਕਈ ਪੋਸਟਾਂ ਪਾਈਆਂ ਗਈਆਂ, ਡਿਲੀਟ ਵੀ ਕੀਤੀਆਂ ਗਈਆਂ। ਇੱਥੇ ਫੇਸਬੁੱਕ ਦੀ ਇੰਚਾਰਜ ਜਿਹੜੀ ਬੀਬੀ ਹੈ, ਉਹਦੇ ਬਾਰੇ ਕਈ ਕਿਸਮ ਦੇ ਵਿਵਾਦ ਹੈ ਕਿ ਕਿਹੜੇ ਕਿਹੜੇ ਵੱਡੇ ਲੀਡਰਾਂ ਉਹਦੇ ਭਾਜਪਾ ਵਾਲਿਆਂ ਦੇ ਨੇੜੇ ਆ। ਜਦੋਂ ਕਾਂਗਰਸ ਨੇ ਇਤਰਾਜ਼ ਕੀਤਾ, ਫਿਰ ਤ੍ਰਿਣਮੂਲ ਕਾਂਗਰਸ ਨੇ ਵੀ ਕਰਤਾ, ਫਿਰ ਭਾਜਪਾ ਦੇ ਲੀਡਰ ਨੇ, ਕੇਂਦਰੀ ਕਾਨੂੰਨ ਮੰਤਰੀ ਨੇ ਇੱਕ ਚਿੱਠੀ ਲਿਖਤੀ, ਫੇਸਬੁੱਕ ਸਾਡੇ ਨਾਲ ਨਹੀਂ, ਫੇਸਬੁੱਕ ਦੂਜਿਆਂ ਨਾਲ ਰਲ ਕੇ ਸਾਡੀ ਬੇਇੱਜ਼ਤੀ ਕਰਾ ਰਿਹਾ, ਬਹਾਨਾ ਭਾਉ ਕਰਨ ਵਾਸਤੇ। ਹੁਣ ਫੇਸਬੁੱਕ ਨੇ ਅਜੇ ਤੱਕ ਹੇਟ ਸਪੀਚ ਕਹਿ ਕੇ ਇੱਕੋ ਚੀਜ਼ ਡਿਲੀਟ ਕੀਤੀ ਹੈ, ਹੇਟ ਪੋਸਟ ਕਹਿ ਕੇ। ਉਹ ਭਾਜਪਾ ਦੇ ਐਮਐਲਏ ਜਿਹੜਾ ਉੱਥੋਂ ਤੇਲੰਗਾਨਾ ਚੋਂ ਰਾਜਾ ਸਿੰਘ, ਉਹਦੀ ਹੈ। ਉਹ ਰਾਜਾ ਸਿੰਘ ਦੀ ਜਿਹੜੀ ਪੋਸਟ ਡਿਲੀਟ ਕੀਤੀ ਗਈ ਹੈ, ਉਹਦੇ ਤੋਂ ਅਜੇ ਸ਼ੁਰੂਆਤ ਹੋਈ ਹੈ। ਜੇ ਫੇਸਬੁੱਕ ਨੇ ਆਪਣਾ ਇਮੇਜ ਕਾਇਮ ਰੱਖਣਾ ਤੇ ਉਹਨੂੰ ਇਹਦੇ ਉੱਤੇ ਰੋਕ ਲਾਉਣੀ ਪਵੇਗੀ, ਤੇ ਜੇ ਉਹਨੂੰ ਇਸ ਗੱਲ ਦਾ ਡਰ ਹੈ ਕਿ ਇੱਕ ਖਾਸ ਭਾਈਚਾਰੇ ਦੀਆਂ, ਖਾਸ ਲੀਡਰਸ਼ਿਪ ਦੀਆਂ ਪੋਸਟਾਂ ਰੋਕੀਆਂ ਤੇ ਸਾਡੇ ਜਿਹੜੇ ਯੂਜ਼ਰਸ ਆ ਉਹਨਾਂ ਦੀ ਗਿਣਤੀ ਘੱਟ ਜੂ, ਜੀ ਫਿਰ ਇਹ ਫੇਸਬੁੱਕ ਭਾਰਤ ਦੇ ਮਾਹੌਲ ਨੂੰ ਸੁਧਾਰਨ ਦਾ ਨਹੀਂ, ਵਿਗਾੜਨ ਦਾ ਜ਼ਰੀਆ ਬਣੇਗੀ। ਇਸੇ ਕਰਕੇ ਉਹਨੂੰ ਪਾਰਲੀਮੈਂਟਰੀ ਕਮੇਟੀ ਦੇ ਵਿੱਚ ਕੱਲ ਪੇਸ਼ ਹੋਣਾ ਪਿਆ। ਹੋਰ ਲੋਕ ਵੀ ਸੱਦੇ ਗਏ ਸੀ। ਜੀ ਅੱਗੋਂ ਫੇਸਬੁੱਕ ਨੂੰ ਆਪਣਾ ਫੇਸ ਬਚਾਉਣ ਵਾਸਤੇ ਕਿਸੇ ਢੰਗ ਨਾਲ ਕੋਈ ਇਹੋ ਜਿਹਾ ਵਿਹਾਰ ਕਰਨਾ ਪਵੇਗਾ ਕਿ ਉਹਦੀ ਭਰੋਸੇਯੋਗਤਾ ਬਣੀ ਰਵੇ। ਜੇ ਭਾਰਤ ਵਿੱਚ ਭਰੋਸੇਯੋਗਤਾ ਨੂੰ ਸੱਟ ਲੱਗੀ ਤੇ ਭਾਰਤ ਤੱਕ ਸੀਮਤ ਨਹੀਂ ਰਹਿਣੀ, ਦੁਨੀਆ ਤੱਕ ਪਹੁੰਚੂਗੀ। ਬਿਲਕੁਲ ਸਹੀ। ਸੋ ਪਰਮ ਸਾਹਿਬ, ਤੁਸੀਂ ਸਮਾਂ ਕੱਢਿਆ, ਬਹੁਤ ਧੰਨਵਾਦ ਜੀ। ਤੇ ਮੈਂ ਆਖਰ 'ਚ ਫਿਰ ਇੱਕ ਵਾਰ ਬੇਨਤੀ ਕਰਦਾ ਕਿ ਬਹੁਤ ਵਾਰ ਕਹਿ ਚੁੱਕਾ ਮੈਂ ਇਸ ਚੀਜ਼ ਨੂੰ ਕਿ ਸਾਰਾ ਸੋਸ਼ਲ ਮੀਡੀਆ ਬਾਜ਼ਾਰ ਹੈ, ਤੇ ਤੁਸੀਂ ਬਾਜ਼ਾਰ ਦੇ ਕਾਬੂ ਨਾ ਆ ਜਾਓ, ਥੋੜ੍ਹਾ ਜਿਹਾ ਬਚ ਕੇ। ਕੁਝ ਗੱਲਾਂ ਹੋਰ ਵੀ ਸੀਗੀਆਂ, ਆਪਾਂ ਚਲੋ ਕੱਲ੍ਹ ਡਿਸਕਸ ਕਰ ਲਾਂਗੇ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।